Students, our next chemical reaction of carboxylic acid is elimination of carboxyl group. So जिथे बेटे COO group पूरे ਦਾ ਪੂਰਾ remove ਹੋ ਜਾਂਦਾ COOH ਤੇ ਇਹਦੇ ਚੋਂ COO in the form of carbon dioxide mostly eliminate ਹੁੰਦੀ ਹੈ। ਪਹਿਲੀ ਇਹੋ ਜਿਹੀ reaction ਹੈ decarboxylation. Decarboxylation reaction is simply reaction of sodium salt of carboxylic acid with soda lime. Soda lime ਕੀ ਹੈ? This is sodium hydroxide and calcium oxide the mixture in which sodium hydroxide reacts with sodium salt of carboxylic acid। इस तरह करके ਇਹਦੇ ਚ ਬਟਾ ਆ ਦਿਖਾਇਆ ਜਿਵੇਂ Na2CO3 gets removed ਤੇ ਬਾਕੀ ਬਚ ਗਿਆ R ਤੇ H। ਸੋ R ਤੇ H ਕੰਬਾਈਨ ਹੋ ਕੇ R ਹੈਗਾ ਅਲਕਾਈਲ ਗਰੁੱਪ CH3C2H5 ਤੇ H ਐਡ ਹੋ ਗਿਆ ਤਾਂ ਹਾਈਡਰੋਕਾਰਬਨ ਬਣ ਜਾਣਾ। ਸੋ ਦਿਸ ਇਜ਼ ਫॉर ਪ੍ਰੈਪਰੇਸ਼ਨ ਆਫ ਹਾਈਡਰੋਕਾਰਬਨਸ। ਸੋ ਇਸ ਤਰ੍ਹਾਂ ਦੀਆਂ ਰਿਐਕਟੈਂਟ ਮੋਲੀਕਿਊਲ ਚੇਂਜ ਕਰਕੇ ਇੱਕ ਦੋ ਰਿਐਕਸ਼ਨਸ ਇਸ ਤਰ੍ਹਾਂ ਦੀਆਂ ਕਰ ਲੈਣੀਆਂ ਨੇ। ਓਕੇ, ਦੈਨ ਕਮਿੰਗ ਟੂ ਦ ਨੈਕਸਟ ਰਿਐਕਸ਼ਨ ਦੈਟ ਇਜ਼ ਕੋਲਬੇਜ਼ ਇਲੈਕਟ੍ਰੋਲਿਟਿਕ ਰਿਐਕਸ਼ਨ। ਸੋ ਇਹਦੇ 'ਚ ਕੀ ਹੈ ਕਿ ਸੋਡੀਅਮ ਸਾਲਟ ਹੈ ਕਾਰਬੋਕਸਿਲਿਕ ਐਸਿਡ ਦਾ, ਉਹਨੂੰ ਵਾਟਰ 'ਚ ਡਿਜ਼ੋਲਵ ਕਰਦੇ ਹਾਂ, ਫਿਰ ਉਹਨੂੰ ਇਲੈਕਟ੍ਰੋਲਾਈਜ਼ ਕਰਦੇ ਹਾਂ, ਇਲੈਕਟ੍ਰੋਲਿਸਿਸ ਕਰਦੇ ਹਾਂ ਉਹਦਾ। ਸੋ ਨਾਓ ਇਨ ਵਾਟਰ there is this, because it is ionizable, it is present in form of RCOO negative and Na positive. So which ਉਹ ਅਸੀਂ ਦਿਖਾਤਾ ਹੋਇਆ ਕਿ there are two such molecules, ਦੋ ਮੋਲੀਕਿਊਲ ਤੋਂ ਜਿੰਨੇ ਜਿੰਨੇ ਆਇਨ ਨੇ, ਕਿਉਂਕਿ ਸਾਨੂੰ ਦੋ ਇਲੈਕਟ੍ਰੋਨ ਚਾਹੀਦੇ ਆ, ਦੋ ਇਸ ਲਈ ਲਿਖਿਆ ਹੋਇਆ। ਸੈਕਿੰਡ ਸਟੈਪ ਜਦੋਂ ਕਰਾਂਗੇ ਨਾ, ਦੋ ਹਾਈਡਰੋਜਨਸ ਤੋਂ H2 ਬਣੂਗਾ, ਇਸ ਲਈ ਸਾਰਿਆਂ ਨੂੰ ਬਾਅਦ 'ਚ ਦੋ ਨਾਲ ਮਲਟੀਪਲਾਈ ਕੀਤਾ ਹੋਇਆ ਪੂਰੇ ਸਟੈਪਸ ਨੂੰ। ਸੈਕਿੰਡ ਸਟੈਪ ਦੇ ਵਿੱਚ ਵਾਟਰ ਹੈ ਜਿਹੜਾ ਸੋਲਿਊਸ਼ਨ ਵਾਲਾ, ਜੀ ਸੋਲਿਊਸ਼ਨ ਬਣਾਇਆ, ਇਟ ਆਲਸੋ ਗੈਟਸ ਆਇਓਨਾਈਜ਼ਡ। ਹਾਈਡਰੋਜਨ ਤੇ OH ਨੈਗੇਟਿਵ ਆਇਨਸ, ਪਿਓਰ ਵਾਟਰ ਨਹੀਂ ਆਇਓਨਾਈਜ਼ ਹੁੰਦਾ, ਜਦੋਂ ਵੀ ਕੋਈ ਇਲੈਕਟ੍ਰੋਲਾਈਟ ਥੋੜ੍ਹਾ ਬਹੁਤ ਪੈ ਜੇ ਉਹਦੇ 'ਚ ਤਾਂ ਉਹ ਸਾਰੇ ਦਾ ਸਾਰਾ ਵਾਟਰ ਵੀ ਹਾਈਡਰੋਜਨ ਆਇਨ ਤੇ ਹਾਈਡਰੋਕਸਿਲ ਆਇਨ ਸਪਲਿਟ ਹੋ ਜਾਂਦਾ ਹੈ। ਨਾਓ ਦੇਰ ਆਰ ਟੂ ਨੈਗੇਟਿਵਲੀ ਚਾਰਜਡ ਆਇਨਸ ਤੇ ਦੋ ਹੋ ਗਏ ਤੁਹਾਡੇ ਪੋਜ਼ੀਟਿਵਲੀ ਚਾਰਜਡ ਆਇਨਸ। These are two positively charged ions and these are two negatively charged ions. ਇੱਕੋ ਜਿਹਾ ਹੋ ਗਏ ਤੇ ਆ ਇੱਕੋ ਜਿਹਾ ਹੋ ਗਏ। ਸੋ ਇਨ ਦੋਨਾਂ ਦਾ ਇਹਨਾਂ ਦਾ ਕੰਪੀਟੀਸ਼ਨ ਹੋਊਗਾ। ਸੋ ਆਊਟ ਆਫ these two, out of this and this, ਹਾਈਡਰੋਜਨ ਆਇਨ ਆ ਜਿਹੜੇ ਸਮੋਲਰ ਇਨ ਸਾਈਜ਼ ਹੈ, ਸੋ ਇਹਨਾਂ ਦੀ ਮੋਬਿਲਿਟੀ ਜ਼ਿਆਦਾ ਹੁੰਦੀ ਹੈ। ਦੇ ਰੀਚ ਆਪੋਜ਼ਿਟਲੀ ਚਾਰਜ ਇਲੈਕਟ੍ਰੋਡ ਫਸਟ, ਇਸ ਲਈ ਕੈਥੋਡ ਤੇ ਪਹੁੰਚ ਗਏ ਵਿਚ ਇਜ਼ ਨੈਗੇਟਿਵਲੀ ਚਾਰਜਡ। ਇਹਨਾਂ ਦਾ ਚਾਰਜ ਹੈ ਜਿਹੜਾ ਇਹਦੇ ਵਿਲ ਟੇਕ ਅਪ ਇਲੈਕਟ੍ਰੋਨਸ, H ਪੋਜ਼ੀਟਿਵ ਤੋਂ ਹਾਈਡਰੋਜਨ ਐਟਮ ਬਣ ਜੂ, then two atoms combine to give H2 gas. And RCOO negative ਜਿਹੜੇ negatively charged ਨੇ ਇਹਨਾਂ ਦੋਨਾਂ ਚੋਂ, this will reach ਨੈਗੇਟਿਵ ਵਾਲਾ ਜਿਹੜਾ ਪੋਜ਼ੀਟਿਵ ਜਾਊ, ਐਨੋਡ ਤੇ ਜਾਊਗਾ। ਸੋ ਉੱਥੇ ਪਹੁੰਚ ਕੇ ਬੇਟਾ ਪਹਿਲਾਂ ਐਨੋਡ ਤੇ ਪਹੁੰਚਦਾ ਹੈ, it gives two electrons from two such groups, RCOO neutral is formed, then it gets converted to, ਕਿਉਂਕਿ ਦੋ ਗਰੁੱਪਸ ਨੇ, ਕਾਰਬਨ ਡਾਈਆਕਸਾਈਡ ਐਲੀਮੀਨੇਟ ਹੋ ਗਈ ਤੇ 2R ਗਰੁੱਪ ਬਣ ਗਏ ਤਾਂ RR ਅਲਕੇਨ ਬਣ ਜਾਂਦੀ ਹੈ। ਅਗੇਨ ਦਿਸ ਇਜ਼ ਫॉर ਪ੍ਰੈਪਰੇਸ਼ਨ ਆਫ ਐਲਕੇਨਸ। ਇਹਦੇ 'ਚ ਫਰਕ ਇੰਨਾ ਕਿ ਫਸਟ ਮੈਥਡ ਦੇ ਵਿੱਚ R ਜਿਹੜਾ R ਗਰੁੱਪ ਹੁੰਦਾ ਉਹਦੇ ਨਾਲ ਹਾਈਡਰੋਜਨ ਲੱਗ ਕੇ ਉਹ ਨੀਕ ਅਲਕੇਨ ਬਣਦੀ ਹੈ। ਇਹਦੇ 'ਚ ਡਬਲ ਹੋ ਜਾਂਦਾ ਨੰਬਰ, RR ਜੁਆਇਨ ਹੋ ਕੇ we get alkane with double number of carbon atoms than ਐਲਕਾਈਲ ਗਰੁੱਪ ਆਫ ਕਾਰਬੋਕਸਿਲਿਕ ਐਸਿਡ, ਜਿੰਨਾ ਸ਼ੁਰੂ 'ਚ ਸੀ ਉਸ ਤੋਂ ਡਬਲ ਚੇਨ ਬਣ ਜਾਣੀ ਹੈ। ਦੈਨ ਇਜ਼ ਡਿਸਟੀਲੇਸ਼ਨ ਆਫ ਕੈਲਸ਼ੀਅਮ ਸਾਲਟਸ ਆਫ ਐਸਿਡਸ। ਅੱਛਾ, ਹੁਣ ਜਿਸ ਤਰ੍ਹਾਂ ਕੈਲਸ਼ੀਅਮ ਦੀ ਵੈਲੈਂਸੀ 2 ਹੈ, ਜੇ ਤਾਂ ਅਸੀਂ ਇੱਕ ਫਾਰਮਿਕ ਐਸਿਡ ਦਾ ਬਣਾਉਣਾ ਹੋਵੇ, ਲਿਖਣਾ ਹੋਵੇ, ਤਾਂ ਸਿੰਪਲੀ ਵੀ ਪੁੱਟ ਸੋਡੀਅਮ ਔਰ ਪੋਟਾਸ਼ੀਅਮ ਵਿਦ ਦਿਸ, ਹੈ ਨਾ, ਇੱਥੇ ਲਾ ਦਿਆਂਗੇ। ਪਰ ਜਦੋਂ ਕੈਲਸ਼ੀਅਮ ਹੋ ਗਿਆ, ਇਕੱਲਾ ਸੋਡੀਅਮ ਦਾ ਤਾਂ ਇਸ ਤਰ੍ਹਾਂ ਲਿਖਾਂਗੇ, ਪਰ ਕੈਲਸ਼ੀਅਮ ਦੀ ਵੈਲੈਂਸੀ 2 ਹੈ ਤੇ HCOO ਨੈਗੇਟਿਵ ਦੋ ਆਇਨਸ ਨਾਲ ਜੋੜਤਾ ਹੋਇਆ। ਸੋ ਦਿਸ ਇਜ਼ ਕੈਲਸ਼ੀਅਮ ਫਾਰਮੇਟ। ਕੈਲਸ਼ੀਅਮ ਫਾਰਮੇਟ ਨੂੰ ਜਦੋਂ ਹੀਟ ਕਰਦੇ ਹਾਂ, ਵੀ ਗੈਟ ਕੈਲਸ਼ੀਅਮ ਕਾਰਬੋਨੇਟ। ਭਾਵੇਂ ਉੱਪਰਲੇ ਦੋ CO ਕੱਢ ਦਿਓ ਜਾਂ ਕੁਛ, CaCO3 ਤੁਸੀਂ ਐਲੀਮੀਨੇਟ ਕਰਨਾ ਇਹਦੇ 'ਚੋਂ, ਬਾਕੀ ਜੋ ਬਚ ਕੇ ਉਹਨੂੰ ਜੁਆਇਨ ਕਰਕੇ ਪ੍ਰੋਡਕਟ ਲਿਖ ਦੇਣਾ HCHO। ਸੋ formaldehyde is formed along with calcium carbonate. If we take one kind of molecules of calcium formate, ਇੱਕ ਕੋਈ ਹਾਈਡਰੋਜਨ ਦੀ ਥਾਂ ਤੇ R ਗਰੁੱਪ ਵਾਲੇ ਲੈ ਲਏ, CH3 C2H5 C3H7, ਜੇ ਦੋਨਾਂ ਨੂੰ ਮਿਕਸ ਕਰਾਂਗੇ ਅਗੇਨ ਵੀ ਵਿਲ ਗੈਟ ਐਲਡੀਹਾਈਡ, ਪਰ ਉਹਦੇ ਨਾਲ R ਗਰੁੱਪ ਲੱਗਿਆ ਹੋਊਗਾ, RCHO ਬਣੂਗਾ। ਕਿਸ ਤਰ੍ਹਾਂ ਬਣੂਗਾ
कि जे असी पहले मॉलीक्यूल च आ रिमूव कर दें कैल्शियम कार्बोनेट तो रिमेनिंग पार्ट इज़ RCO। सैकेंड वाले चों कर दें तो भी ये HCHO बच गया। पर क्योंकि जे असी क्रॉस करिए इन्हां दा कि दिस हाइड्रोजन विल add to this to make RCHO and R will go here to form RCHO. So one kind of product is formed, that is RCHO. Aldehyde is formed. Just हाइड्रोजन की थां ते R आ गई, पहला फॉर्मैल्डिहाइड्स जी ते HCHO मॉलिक्यूल बनता सी। बट इफ वी टेक मॉलिक्यूल्स हैविंग R ग्रुप ओनली, आ जिहड़ा सी इहनूं असीं ना लईए, वी जस्ट टेक मॉलिक्यूल विद R ग्रुप फॉर then we'll get कैल्शियम कार्बोनेट की एलिमिनेशन के नाल उस तो बाद जो कुछ बच गया RCOR। सो R नूं असीं बैक ते जोड़ दिए तो RCOR। सो we'll get ketone, right? So we can get aldehydes or ketones based on the original reactant we are taking. Then next reaction is decarboxylative halogenation, जिन्हों कहते हैं नेम रिएक्शन नहीं आती, हुन्स-डिकर रिएक्शन है ना। सो दिस इज़ हुन्स-डिकर रिएक्शन। ये बेटा लैने आपां एसिड का सिल्वर सॉल्ट। सिल्वर सॉल्ट इज़ मेड टू RCOOAg इज़ मेड टू रिएक्ट विद Br2 in presence of this is solvent CCl4, we get RBr. सो ਇਹਦਾ ਜਦੋਂ ਅਸੀਂ ਕਰਾਂਗੇ we get 3 parts of this molecule. सो एक Br ਇਹਦੇ ਨਾਲ ਆ ਗਿਆ ਤੇ ਇੱਕ Br ਇਹਦੇ ਨਾਲ ਆ ਗਿਆ Br2 ਚੋਂ। So we'll get RBr, AgBr and carbon dioxide. 3 kinds of products are formed. लिखे हुए हैं। Then mechanism of the reaction. Mechanism च बेटा फर्स्ट स्टैप है जिहड़ा वो आयनिक ही है सारा, उस बाद अगे है जिहड़ा फ्री रेडिकल हो जाना है। सो ये गल याद रखनी है। फर्स्ट इज सिल्वर सॉल्ट when it comes close to Br2 molecule, ਉਹਦੇ ਨਾਲ क्योंकि ऑक्सीजन का इलैक्ट्रोनैगेटिव है, when it approaches this Br2 molecule आ partially positive हो जाता है, this becomes partially positive and this becomes partially negative। ਜਦੋਂ पूरा ही अप्रोच कर लेंदा है तो this gets attached with Br, OBr बन जाता है and AgBr is given out। एक मॉलिक्यूल ये बन गया AgBr का। सो एरो ते आपां लिखता -AgBr and RCOOBr। सो हाइड्रोजन की थां सॉरी जिहड़ा Ag है उहदी थां ते Br आ गया। दैन इन द नेक्स्ट स्टेप RCOOBr देयर इज़ होमोलिटिक क्लीवेज ऑफ दिस बॉन्ड। एक इलैक्ट्रॉन बॉन्ड का टुट के इहदे नाल आ जाना, एक इहदे नाल आ जाना। सो 2 free radicals would be formed which are shown here। दैन इन द नेक्स्ट स्टेप RCOO फिर होमोलिटिक क्लीवेज है। हुण होमोलिटिक क्लीवेज इस बॉन्ड की है, इत्थों एक इलैक्ट्रॉन इत्थे आ जाना, एक इलैक्ट्रॉन इत्थे आ जाना। ये क्योंकि ऑलरेडी एक इलैक्ट्रॉन आ दिखाया हुआ आप जोड़ा, सो दोनों इलैक्ट्रॉन्स रल के इस तरह बना देंगे कार्बन डाइऑक्साइड मॉलिक्यूल विल बी गिवन आउट तो एक R फ्री रेडिकल रह जाऊगा। सो दिस इज़ शोन एज R फ्री रेडिकल एंड कार्बन डाइऑक्साइड। दैन इन द नेक्स्ट स्टैप जोड़ा R फ्री रेडिकल बने है, इट विल रिएक्ट विद RCOOBr। हुण चेन रिएक्शन सैटअप होगी है ना। RCOOBr तो R रेडिकल बने, इन्हें फिर RCOOBr नाल रिएक्ट करना है एंड विल गेट RBr। हुण क्योंकि इत्थों ही क्लीवेज होनी है, सो RBr एंड RCOO फ्री रेडिकल। सो RCOO फ्री रेडिकल ने फिर R बना देना तो इन्हें अगले RCOOBr ना फिर रिएक्ट कर जाना। सो वी गेट एल्काइल हेलाइड by using this reaction। सो मेन प्रोडक्ट है जी इट इज़ RBr, alkyl bromide। then next reaction is reactions of alkyl or aryl group the heading the under very important reaction halogenation of alkyl group। क्योंकि हुण तक आपां जिहड़ा पहलां कीता है कि हैलोजिनेशन है जिहड़ी जां तां इत्थे होई है ना, या फिर असीं कीती है कि जिवें आ हुणे कीता है कि COO पूरा रिमूव हो गया ग्रुप, फिर जाके हुई अल्काइल ग्रुप की। पर इस रिएक्शन दे विच COO ग्रुप इज़ मेनटेन्ड एंड हैलोजिनेशन टेक्स प्लेस एट अल्फा कार्बन। ਇਹਦੇ ਤੇ
एक हाइड्रोजन भी रिमूव होके हो सकती है Br, दोनों जगह ते भी Br आ सकता है. So this reaction takes place, this reaction HVL in short form भी कह सकते हैं. So this is Hell-Vollard-Zielinski reaction. It takes place in presence of bromine and phosphorus. So bromine ਤੇ phosphorus ਇਹ ਯਾਦ ਰੱਖਣਾ ਕਿ ਜੇ ਇਕੱਲਾ bromine ਹੋਵੇ ਤਾਂ ਇਕੱਲੀ ਹੈਲੋਜਨੇਸ਼ਨ ਹੋ COCl ਵੀ ਬਣ ਸਕਦਾ ਹੈ. ਬਟ if phosphorus is given ਫਿਰ ਅਲਫਾ ਕਾਰਬਨ ਤੇ ਹੋਊਗੀ, ਅਲਕਾਈਲ ਗਰੁੱਪ ਦੀ ਹੈਲੋਜਨੇਸ਼ਨ ਹੋਊਗੀ. ਸੋ ਦਿਸ ਇਜ਼ ਪ੍ਰੋਡਕਟ ਜਿਹੜੀ ਬਣਨੀ ਹੈ ਆ ਦਿਖਾਇਆ ਹੋਇਆ ਕਿ ਅਲਫਾ ਕਾਰਬਨ ਤੇ Br ਆ ਗਿਆ ਹੋਇਆ, ਐਸ ਕਾਰਬਨ ਤੇ ਆ ਗਿਆ ਹੋਇਆ, ਰਾਈਟ. ਸੋ ਟੂ ਸ਼ੋ ਇਟਸ ਮੈਕੈਨਿਜ਼ਮ, phosphorus and X2 they will react to give PX3. PX3 ਹੈ ਜਿਹੜਾ, ਜਿਵੇਂ PCl3 ਦੀਆਂ ਤੁਸੀਂ ਰਿਐਕਸ਼ਨਸ ਪਹਿਲਾਂ ਵੀ ਕੀਤੀਆਂ ਹੋਈਆਂ, it will react with RCH2COOH. ਤਾਂ ਬੇਟਾ ਇਹਦੇ 'ਚ OH ਗਰੁੱਪ ਨਾਲ ਸਬਸਟੀਟਿਊਸ਼ਨ ਇਹਦੀ ਹੋ ਜਾਣੀ ਹੈ. ਸੋ ਤੇ H3BO3 ਬਣਦਾ ਹੁੰਦਾ ਉਹਦੇ 'ਚ, H3PO3. ਸੋ ਇਸੇ ਤਰ੍ਹਾਂ ਹੀ ਐਸਿਡ ਹੈਲਾਈਡ ਬਣ ਗਿਆ, OH ਹੈਜ਼ ਬੀਨ ਰਿਮੂਵਡ, ਉਹਦੀ ਥਾਂ ਤੇ X ਆ ਗਿਆ, ਐਂਡ H3PO3. ਦੈਨ ਇਨ ਦ ਨੈਕਸਟ ਸਟੈਪ RCH2COX ਜਿਹੜਾ ਐਸਿਡ ਕਲੋਰਾਈਡ ਬਣਿਆ, ਇਹਦੇ ਵਿੱਚ ਇਟ ਐਗਜ਼ਿਸਟ ਇਨ ਰੈਜ਼ੋਨੈਂਸ ਵਿਦ ਇਟਸ ਈਨੋਲ ਫਾਰਮ. ਈਨੋਲ ਫਾਰਮ ਕੀ ਹੈ? ਆਹ ਜਿਹੜੀ ਹਾਈਡਰੋਜਨ ਹੈ ਇੱਕ ਇੱਥੇ ਚਲੀ ਜਾਊਗੀ, ਇਹਦੀ ਥਾਂ ਤੇ RCH, ਇੱਥੇ ਇੱਕ ਡਬਲ ਬੌਂਡ ਆ ਜਾਂਦਾ. ਆਉਂਦਾ ਕਿਸ ਤਰ੍ਹਾਂ? if we shift double bond to oxygen, ਇਹਨੂੰ ਆਪਾਂ ਸਿੰਗਲ ਬੌਂਡ ਹਾਈਡਰੋਜਨ ਜਿਹੜੀ ਐਂ ਲਿਖ ਲਈਏ. ਸੋ when it becomes negatively charged, ਨਾ ਪੂਰਾ ਸ਼ਿਫਟ ਹੋ ਕੇ ਤਾਂ ਪੂਰਾ ਹੀ ਹੋ ਜੂ ਨੈਗੇਟਿਵਲੀ ਚਾਰਜ, ਤਾਂ ਆਹ ਹਾਈਡਰੋਜਨ ਇੱਥੇ ਚਲੀ ਜਾਂਦੀ ਹੈ ਇਹਦੇ ਨਾਲ ਨੈਗੇਟਿਵ ਚਾਰਜ 'ਤੇ. ਆਹ ਸ਼ੇਅਰਡ ਪੇਅਰ ਆਫ ਇਲੈਕਟ੍ਰੋਨ ਦਾ ਜਿਹੜਾ ਬੌਂਡ ਦਾ ਇਟ ਕਮਸ ਹੇਅਰ, ਤਾਂ ਇਨੋਲ ਫਾਰਮ ਨੂੰ ਇਸ ਤਰ੍ਹਾਂ ਲਿਖ ਲੈਂਦੇ ਹਾਂ, RCH double bond COHX. So this is enol form of acid chloride. Then this double bond between CH and double bond CX है जिहड़ा, it shifts towards this carbon. ये partially negative हो जाती है तो आ partially positive हो जाती है ना. आ positive है तो आ negative है. So this attacks X2, आ वाली carbon, it attacks X2 as negatively charged under the influence of this, ਜਿਹੜਾ ਇਹਦੇ ਤੇ ਆ ਕੇ negative charge ਆਇਆ. Okay, then one of the X, ਕਿਉਂਕਿ ਇਹ negatively charged ਹੈ ਤਾਂ ਆ ਇਹਦੀ polarization ਵੀ ਹੋ ਜਾਣੀ ਹੈ. ਆ ਹੋ ਗਿਆ partially positive, ਇੱਧਰਲੀ ਕਾਰਬਨ ਹੋ ਗਈ X ਹੋ ਗਈ partially negative. So this attaches with ਜਿਹੜੀ ਪਹਿਲੀ ਆਪਾਂ ਡਬਲ ਬੌਂਡ ਦੀ ਦਿਖਾਈ ਹੈ ਕਾਰਬਨ, we can show here. ਤੇ ਇੱਕ X ਨੈਗੇਟਿਵ ਹੈ ਜਿਹੜਾ ਉਹ ਲਿਮਿਟ ਹੁੰਦੀ ਆਪਾਂ ਦਿਖਾ ਰਹੇ ਹਾਂ ਇੱਥੇ ਕਿ X ਪੋਜ਼ੀਟਿਵ ਸੀ ਜਿਹੜੀ ਉਹ ਤਾਂ ਜੁਆਇਨ ਹੋ ਗਈ ਇੱਥੇ, ਰਾਈਟ, ਤੇ X ਨੈਗੇਟਿਵ ਚਲੀ ਗਈ ਬਾਹਰ. ਹੁਣ ਇਹਦਾ ਦਿਖਾਉਣ ਲਈ ਆਪਾਂ COOH ਦਾ, ਕਿਉਂਕਿ ਇਹਦੇ ਤੇ ਅਦਰਵਾਈਜ਼ ਇਸ ਕਾਰਬਨ ਤੇ देयर शुड बी पॉजिटिव चार्ज, इस कार्बन ते पॉजिटिव चार्ज होना चाहिए है ना, क्योंकि असी दिखाया ही सी कि पार्शली पॉजिटिव इत्थे आ गया, इत्थे पार्शली नैगेटिव सी. इनू करन लई पूरा आ इलैक्ट्रॉन्स OH वाले इधर शिफ्ट होंदे है. सो दिस डबल बॉन्ड किवें इनू करिए, सो दैट दिस इज कार्बन, दिस इज OH. ओके, OH gets eliminated to fulfill the valency of this carbon. ਇਸ ਕਾਰਬਨ ਦੀ ਵੈਲੈਂਸੀ ਪੂਰੀ ਕਰਨ ਲਈ ਜਿਹੜਾ ਉਹਦਾ ਇਲੈਕਟ੍ਰੋਨ ਪੇਅਰ ਸੀਗਾ, ਇਟ ਹੈਜ਼ ਬਿਨ ਸ਼ਿਫਟਡ ਟੂ ਦ, ਇੱਥੇ ਹੀ ਸ਼ਿਫਟ ਹੋ ਗਿਆ ਸੀ ਵਿਚਾਲੇ, ਹੈ ਨਾ. ਸੋ ਆਹ ਬਣਾਤਾ ਡਬਲ ਬੌਂਡ. ਡਬਲ ਬੌਂਡ ਬਣ ਗਿਆ, ਆਕਸੀਜਨ ਪੋਜ਼ੀਟਿਵ ਹੋ ਗਈ. ਪੋਜ਼ੀਟਿਵ ਚਾਰਜ ਰਿਮੂਵ ਕਰਨ ਲਈ ਵੀ ਰਿਮੂਵ ਹਾਈਡਰੋਜਨ, ਤਾਂ ਕਿ ਹਾਈਡਰੋਜਨ ਜਿਹੜੀ ਬਾਹਰ ਚਲੀ ਜਾਵੇ ਅਤੇ ਇਹਦੇ ਜਿਹੜੇ ਲੋਨ ਪੇਅਰ ਆਫ ਇਲੈਕਟ੍ਰੋਨਸ ਇੱਕ ਹੀ ਰਹਿ ਗਿਆ. ਆ ਪੋਜ਼ੀਟਿਵ ਚਾਰਜ ਕਿਉਂਕਿ ਆ ਦੂਜਾ ਰਿਮੂਵ ਹੋ ਗਿਆ ਸੀ ਨਾ. ਸੋ ਟੂ ਬ੍ਰਿੰਗ ਦਿਸ ਪੇਅਰ ਬੈਕ ਆਪਾਂ ਇਹਨੂੰ ਇੱਥੇ ਸ਼ਿਫਟ ਕਰਤਾ ਹੋਇਆ, ਰਾਈਟ. ਸੋ ਦ ਪ੍ਰੋਡਕਟ ਫਾਰਮਡ ਹੇਅਰ ਇਜ਼ RCHX COX. ਸੋ ਇਹਦੇ ਬੇਟਾ ਪਿੱਛੇ ਵੀ ਅੱਗੇ ਵੀ ਦੋਨੋਂ ਕਾਰਬਨ ਸੇ ਆ ਗਿਆ XX. ਦੈਨ ਐਕਸਟਰਾ X ਹੈ ਜਿਹੜਾ, ਟੂ ਐਲੀਮੀਨੇਟ ਦਿਸ X, ਅਗੇਨ ਇਟ ਰਿਐਕਟਸ ਵਿਦ ਅਨਦਰ ਮੋਲੀਕਿਊਲ ਆਫ
ਦਿਸ RCH2COH ਐਸਿਡ ਦੇ ਇੱਕ ਹੋਰ ਮੋਲੀਕਿਊਲ ਨਾਲ, ਉਹਦੇ ਨਾਲ ਕੀ ਹੋਣਾ ਕਿ ਉਹਦਾ H ਹੈ ਜਿਹੜਾ ਇਹਦੇ COOH ਬਣ ਜਾਣਾ, ਇੱਥੇ ਆ ਜਾਣਾ ਜਿਸ ਤਰ੍ਹਾਂ ਐਰੋ ਨਾਲ ਦਿਖਾਇਆ ਹੋਇਆ। X will go with the acid molecule, acid chloride ਬਣ ਜਾਣਾ ਇਹਦਾ। So the product formed will be alpha halo acid and acid chloride। So acid chloride ਜਿਵੇਂ ਆਪਾਂ ਪਹਿਲਾਂ ਦਿਖਾਇਆ ਹੋਇਆ, acid chloride ਦਾ ਆਹ ਸਟੈਪ ਫੇਰ ਰਿਪੀਟ ਹੋ ਜਾਣਾ ਇਸ ਤੋਂ ਅੱਗੇ ਜਿਹੜੀ ਸੀਗੀ। So this is for formation of alpha halo acid. Then next reaction is aromatic substitution। ठीक है, aromatic substitution ਦੇ ਵਿੱਚ ਬੇਟਾ ਤੁਸੀਂ ਪਹਿਲਾਂ ਬੈਂਜ਼ੀਨ ਦੀਆਂ ਰਿਐਕਸ਼ਨਸ ਪੜ੍ਹੀਆਂ ਹੋਈਆਂ ਸ਼ਾਇਦ। ਸੋ ਬੈਂਜ਼ੀਨ ਦੇ ਨਾਲ ਕਿਉਂਕਿ ਹੁਣ COOH ਲੱਗਿਆ ਹੋਇਆ, COOH ਗਰੁੱਪ ਹੈ ਜਿਹੜਾ ਜਦੋਂ ਲੱਗਿਆ ਹੁੰਦਾ ਤੈਨੂੰ ਬੈਂਜ਼ੋਇਕ ਐਸਿਡ ਕਹਿੰਦੇ ਆ। ਦਿਸ ਗਰੁੱਪ ਇਜ਼ ਮੈਟਾ ਡਾਇਰੈਕਟਿੰਗ, ਦਿਸ ਗਰੁੱਪ ਇਜ਼ ਡੀਐਕਟੀਵੇਟਿੰਗ ਐਂਡ ਮੈਟਾ ਡਾਇਰੈਕਟਿੰਗ। ਇਸ ਕਰਕੇ ਸਾਰੀਆਂ ਜਿਹੜੀਆਂ ਸਟਰੋਂਗ ਰੀਏਜੈਂਟਸ ਦੇਣੇ ਪੈਂਦੇ ਆ। ਵੀ ਕੈਨ carry out its sulfonation in presence of fuming sulfuric acid। so meta position ਤੇ SO3H ਲੱਗ ਜਾਂਦਾ, meta sulfobenzoic acid। ਜੇ ਨਾਈਟ੍ਰੇਸ਼ਨ ਕਰਨੀ ਹੈ ਤਾਂ HNO3 ਤੇ H2SO4 ਦੋਨੋਂ ਯੂਜ਼ ਕਰਨੇ ਪੈਣਗੇ। again NO2 is on meta position, so meta nitrobenzoic acid is formed। if we take Cl2 in presence of FeCl3, Lewis acid ਹੁੰਦਾ FeCl3, ਤਾਂ Cl ਹੈ ਜਿਹੜੀ ਮੈਟਾ ਪੋਜੀਸ਼ਨ ਤੇ ਆ ਜਾਂਦੀ ਹੈ। So metachlorobenzoic acid is formed। So this is about main reactions of carboxylic acids।